ਤਾਂ ਬੀਜੇਪੀ ਦੇ ਵੱਲੋਂ ਵੀ ਪਹਿਲੀ ਲਿਸਟ ਦਾ ਐਲਾਨ ਕਰ ਦਿੱਤਾ ਗਿਆ। 34 ਨਾਵਾਂ ਦਾ ਐਲਾਨ ਕੀਤਾ ਗਿਆ ਬੀਜੇਪੀ ਦੇ ਵੱਲੋਂ। ਆਪਣੀ ਪਹਿਲੀ ਲਿਸਟ ਦੇ ਵਿੱਚ 2 ਵਿਧਾਇਕ ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਦੇ ਹੈਗੇ ਨੇ। ਦੋਵੇਂ ਵਿਧਾਇਕਾਂ ਨੂੰ ਇੱਕ ਵਾਰ ਫਿਰ ਤੋਂ ਟਿਕਟ ਦਿੱਤੀ ਗਈ ਹੈ ਤੇ ਇਸ ਲਿਸਟ ਦੇ ਵਿੱਚ ਕਈ ਵੱਡੇ ਨਾਮ ਜੋ ਬੀਜੇਪੀ ਦੇ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ, ਉਹਨਾਂ ਦਾ ਵੀ ਨਾਮ ਹੈਗਾ। ਉਹਨਾਂ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੀ ਹੈ, ਉਹਨਾਂ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਵੀ ਨੇ। ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਕਿਸ ਕਿਸ ਨੂੰ ਟਿਕਟ ਦਿੱਤੀ ਗਈ ਹੈ। ਸੁਜਾਨਪੁਰ ਤੋਂ ਸਭ ਤੋਂ ਪਹਿਲਾਂ ਜ਼ਿਕਰ, ਸੁਜਾਨਪੁਰ ਤੋਂ ਮੌਜੂਦਾ ਸਮੇਂ ਦੇ ਵਿੱਚ ਵਿਧਾਇਕ ਨੇ ਦਿਨੇਸ਼ ਬੱਬੂ, ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਜਿਹੜੇ 2 ਵਿਧਾਨ ਸਭਾ ਹਲਕੇ ਮੈਂ ਜ਼ਿਕਰ ਕਰ ਰਿਹਾ ਜਿਹੜੀ ਬੀਜੇਪੀ ਦੇ ਕੋਲ ਇਸ ਸਮੇਂ ਹੈਗੇ ਨੇ, ਜਿੱਥੇ ਉਹਨਾਂ ਦੇ ਵਿਧਾਇਕ ਨੇ, ਇੱਕ ਹੈ ਸੁਜਾਨਪੁਰ, ਇਹ ਮਾਝੇ ਦਾ ਹਲਕਾ ਹੈ, ਤੇ ਉਸ ਤੋਂ ਬਾਅਦ ਇੱਕ ਹੈ ਅਬੋਹਰ। ਅਬੋਹਰ ਵਾਲੇ ਦਾ ਜ਼ਿਕਰ ਕਰਾਂ ਪਰ ਸੁਜਾਨਪੁਰ ਤੋਂ ਦਿਨੇਸ਼ ਬੱਬੂ ਨੂੰ ਇੱਕ ਵਾਰ ਫਿਰ ਤੋਂ ਟਿਕਟ ਬੀਜੇਪੀ ਦੇ ਵੱਲੋਂ ਦੇ ਦਿੱਤੀ ਗਈ ਹੈ, ਜਦਕਿ ਦੀਨਾਨਗਰ ਤੋਂ ਰੇਣੂ ਕਸ਼ਪ ਨੂੰ ਦਿੱਤੀ ਗਈ ਹੈ ਟਿਕਟ। ਇਹ ਕਸ਼ਪ ਪਰਿਵਾਰ ਨੂੰ ਟਿਕਟ ਦਿੱਤੀ ਗਈ ਹੈ। ਖਾਸ ਇਹ ਹੈ ਕਿ ਜੇ ਅਸੀਂ ਜ਼ਿਕਰ ਕਰੀਏ ਦੀਨਾਨਗਰ ਤਾਂ ਉੱਥੇ ਮੌਜੂਦਾ ਸਮੇਂ ਦੇ ਵਿੱਚ ਕੈਬਨਿਟ ਮੰਤਰੀ ਜੋ ਹੈਗੇ ਨੇ ਕਾਂਗਰਸ ਦੇ ਅਰੁਣਾ ਚੌਧਰੀ ਵਿਧਾਇਕ ਨੇ, ਤੇ ਉੱਥੋਂ ਰੇਣੂ ਕਸ਼ਪ ਉਹਨਾਂ ਦੇ ਮੁਕਾਬਲੇ ਦੇ ਵਿੱਚ ਇਸ ਵਾਰ ਉਤਾਰੇ ਗਏ ਨੇ। ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ। ਜਿਆਣੀ ਸਾਬਕਾ ਵਿਧਾਇਕ ਨੇ, ਮੰਤਰੀ ਰਹੇ ਨੇ, ਔਰ ਜਿਆਣੀ ਦਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਕਿਸਾਨ ਅੰਦੋਲਨ ਦੇ ਦੌਰਾਨ ਖੂਬ ਚਰਚਾ ਦੇ ਵਿੱਚ ਰਹੇ ਨੇ। ਇੱਕ ਨਾਮ ਜਿਆਣੀ ਦਾ ਤੇ ਦੂਜਾ ਹਰਜੀਤ ਗਰੇਵਾਲ ਦਾ। ਤਾਂ ਸੁਰਜੀਤ ਜਿਆਣੀ ਦੀ ਟਿਕਟ ਅਨਾਉਂਸ ਹੋ ਚੁੱਕੀ ਹੈ। ਫਾਜ਼ਿਲਕਾ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ ਆਉਣਗੇ। ਉਸ ਤੋਂ ਬਾਅਦ ਜਲਾਲਾਬਾਦ ਵਿਧਾਨ ਸਭਾ ਹਲਕਾ, ਜਿੱਥੇ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ। ਪੂਰਨ ਚੰਦ ਨੂੰ ਟਿਕਟ ਦਿੱਤੀ ਗਈ ਹੈ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ। ਤਾਂ 34 ਉਮੀਦਵਾਰਾਂ ਦਾ ਐਲਾਨ ਬੀਜੇਪੀ ਨੇ ਆਪਣੀ ਪਹਿਲੀ ਲਿਸਟ ਦੇ ਵਿੱਚ ਕਰ ਦਿੱਤਾ ਹੈ, ਜੋ ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਦੂਜੀ ਲਿਸਟ ਵੀ ਜਲਦ ਆਵੇ, ਪਰ ਅੱਜ ਪਹਿਲੀ ਲਿਸਟ ਆ ਚੁੱਕੀ ਹੈ। ਉਸ ਤੋਂ ਬਾਅਦ ਜਿਹੜੀਆਂ ਸੀਟਾਂ ਨੇ, ਮੁਕਤਸਰ ਸਾਹਿਬ ਦੀ ਸੀਟ ਹੈ। ਮੁਕਤਸਰ ਸਾਹਿਬ ਦੀ ਸੀਟ ਮੌਜੂਦਾ ਸਮੇਂ 'ਚ ਅਕਾਲੀ ਦਲ ਦੇ ਕੋਲ ਹੈ। ਪਿਛਲੀ ਵਾਰ ਅਕਾਲੀ ਦਲ ਬੀਜੇਪੀ ਦਾ ਗਠਜੋੜ ਸੀ, ਇਸ ਵਾਰ ਇਕੱਲੇ ਤੌਰ ਦੇ ਉੱਤੇ ਬੀਜੇਪੀ ਮੁਕਤਸਰ ਸਾਹਿਬ ਦੀ ਚੋਣ ਲੜੇਗੀ। ਨਰੇਸ਼ ਪਟੇਲਾ ਨੂੰ ਉੱਥੋਂ ਟਿਕਟ ਦਿੱਤੀ ਗਈ ਹੈ ਬੀਜੇਪੀ ਦੇ ਵੱਲੋਂ। ਜਦਕਿ ਫਰੀਦਕੋਟ ਦਾ ਅਸੀਂ ਗੱਲ ਕਰੀਏ ਤਾਂ ਫਰੀਦਕੋਟ ਮੌਜੂਦਾ ਸਮੇਂ ਦੇ ਵਿੱਚ ਇਹ ਸੀਟ ਕਾਂਗਰਸ ਦੇ ਕੋਲ ਹੈ, ਔਰ ਫਰੀਦਕੋਟ ਤੋਂ ਇਸ ਵਾਰ ਬੀਜੇਪੀ ਚੋਣ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਗੌਰਵ ਕੱਕੜ ਨੂੰ। ਫਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ। ਫਰੀਦਕੋਟ ਦੀਆਂ ਸੀਟਾਂ ਦਾ ਅਸੀਂ ਜ਼ਿਕਰ ਕਰੀਏ, ਖਾਸ ਇਹ ਵੀ ਹੈ ਕਿ ਫਰੀਦਕੋਟ ਦੇ ਵਿੱਚੋਂ ਇੱਕ ਜਿਹੜੀ ਸੀਟ ਹੈ ਉਹ ਇਸ ਵਾਰ ਦੇ ਦਿੱਤੀ ਗਈ ਹੈ ਢੀਂਡਸਾ ਧੜੇ ਨੂੰ। ਜਿਹੜੀ ਢੀਂਡਸਾ ਦੀ ਪਾਰਟੀ ਉਹਨਾਂ ਨੇ ਜੈਤੋਂ ਤੋਂ ਪਰਮਜੀਤ ਕੌਰ ਗੁਲਸ਼ਨ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ। ਤਾਂ ਫਰੀਦਕੋਟ ਦੀਆਂ 3 ਸੀਟਾਂ ਦੇ ਵਿੱਚੋਂ 2 ਦੀ ਅਨਾਉਂਸਮੈਂਟ ਇਸ ਗਠਜੋੜ ਦੇ ਵੱਲੋਂ ਕਰ ਦਿੱਤੀ ਗਈ ਹੈ। ਸੰਗਰੂਰ ਵਿਧਾਨ ਸਭਾ ਹਲਕਾ, ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਅਰਵਿੰਦ ਖੰਨਾ ਬੀਜੇਪੀ 'ਚ ਸ਼ਾਮਲ ਹੁੰਦੇ ਨੇ, ਟਿਕਟ ਉਹਨਾਂ ਨੂੰ ਮਿਲੀ ਹੈ। ਸੰਗਰੂਰ ਵਿਧਾਨ ਸਭਾ ਹਲਕਾ ਇਸ ਵਾਰ ਲਾਜ਼ਮੀ ਤੌਰ ਤੇ ਪੂਰੇ ਹਲਕੇ ਵਿਧਾਨ ਸਭਾ ਜਿਹੜੇ ਸੰਗਰੂਰ ਦੇ ਨੇ ਉਹ ਖੂਬ ਚਰਚਾ ਦੇ ਵਿੱਚ ਰਹਿਣਗੇ। ਜੇਕਰ ਸਪੈਸ਼ਲੀ ਅਸੀਂ ਸੰਗਰੂਰ ਜਾਂ ਧੂਰੀ ਦਾ ਜ਼ਿਕਰ ਕਰੀਏ ਤਾਂ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਇਸ ਵਾਰ ਮੈਦਾਨ ਦੇ ਵਿੱਚ ਬੀਜੇਪੀ ਦੇ ਵੱਲੋਂ ਉਤਾਰਿਆ ਗਿਆ। ਉਸ ਤੋਂ ਬਾਅਦ ਗੱਲ ਸਰਦੂਲਗੜ੍ਹ ਦੀ, ਜਗਜੀਤ ਸਿੰਘ ਮਿਲਖਾ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਇਹ ਮਾਨਸਾ ਜ਼ਿਲ੍ਹੇ ਦੇ ਜਿਹੜੇ ਹਲਕੇ ਨੇ ਉਹਨਾਂ ਦਾ ਜ਼ਿਕਰ ਹੋ ਰਿਹਾ। ਸਰਦੂਲਗੜ੍ਹ ਮਾਨਸਾ ਦੇ ਵਿੱਚ ਆਏਗਾ। ਸੰਗਰੂਰ ਦਾ ਮੈਂ ਜ਼ਿਕਰ ਕੀਤਾ, ਪਰ ਮਾਨਸਾ ਦੇ ਵਿੱਚ ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ ਨੂੰ ਟਿਕਟ ਦਿੱਤੀ ਗਈ ਹੈ। ਔਰ ਅਗਲੀ ਸੀਟ ਦਾ ਅਸੀਂ ਜ਼ਿਕਰ ਕਰਦੇ ਹਾਂ। ਅਗਲੀ ਸੀਟ ਹੈ ਡੇਰਾਬੱਸੀ ਦੀ। ਡੇਰਾਬੱਸੀ ਤੋਂ ਸੰਜੀਵ ਖੰਨਾ ਚੋਣ ਮੈਦਾਨ ਦੇ ਵਿੱਚ ਹੋਣਗੇ। ਡੇਰਾਬੱਸੀ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਦੇ ਕੋਲ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ 2017 ਦੇ ਵਿੱਚ ਅਕਾਲੀ ਦਲ ਬੀਜੇਪੀ ਇੱਥੇ ਜਿੱਤੀ ਸੀ ਜਦੋਂ ਐਨ ਕੇ ਸ਼ਰਮਾ ਚੋਣ ਮੈਦਾਨ ਦੇ ਵਿੱਚ ਉਤਰੇ ਸੀ। ਉੱਥੋਂ ਅਕਾਲੀ ਦਲ ਦੇ ਮੌਜੂਦਾ ਸਮੇਂ 'ਚ ਵਿਧਾਇਕ ਨੇ ਚੱਬੇਵਾਲ। ਇਹ ਵੀ ਰਿਜ਼ਰਵ ਸੀਟ ਹੈ। ਚੱਬੇਵਾਲ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਦੇ ਵਿਧਾਇਕ ਨੇ, ਤੇ ਦਿਲਬਾਗ ਰਾਏ ਨੂੰ, ਡਾਕਟਰ ਦਿਲਬਾਗ ਰਾਏ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਬੀਜੇਪੀ ਦੇ ਵੱਲੋਂ। ਜਿਹੜੀਆਂ 34 ਸੀਟਾਂ ਅਨਾਉਂਸ ਹੋਈਆਂ ਨੇ ਉਹਨਾਂ ਦੇ ਵਿੱਚ ਦੁਆਬੇ ਦੀ ਇਹ ਚੱਬੇਵਾਲ ਸੀਟ ਵੀ ਹੈ। ਡੇਰਾਬੱਸੀ ਨੂੰ ਅਸੀਂ ਮਾਲਵੇ 'ਚ ਗਿਣਦੇ ਹਾਂ, ਤੇ ਚੱਬੇਵਾਲ ਜਿਹੜੀ ਵਿਧਾਨ ਸਭਾ ਹਲਕਾ ਹੈ ਚੱਬੇਵਾਲ ਸੀਟ ਹੈ, ਇਸ ਨੂੰ ਦੁਆਬੇ ਦੇ ਵਿੱਚ ਗਿਣਿਆ ਜਾਂਦਾ। ਦੁਆਬੇ ਦੀਆਂ ਕਈ ਸੀਟਾਂ ਦਾ, ਬੰਗਾ ਦਾ, ਬਲਾਚੌਰ ਨਵਾਂ ਸ਼ਹਿਰ ਦਾ ਵੀ ਅਨਾਉਂਸਮੈਂਟ ਕੀਤਾ ਗਿਆ, ਉਹ ਵੀ ਤੁਹਾਨੂੰ ਦੱਸਾਂਗਾ। ਅਗਲੀ ਪਲੇਟ ਆ ਚੁੱਕੀ ਹੈ ਫਿਰੋਜ਼ਪੁਰ ਸ਼ਹਿਰੀ। ਇਹ ਬਹੁਤ ਅਹਿਮ ਹੈਗਾ। ਇਹ ਫਿਰੋਜ਼ਪੁਰ ਸ਼ਹਿਰੀ ਚਰਚਾ ਦੇ ਵਿੱਚ ਰਿਹਾ ਸੀ। ਰਾਣਾ ਗੁਰਮੀਤ ਸੋਢੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਫਿਰੋਜ਼ਪੁਰ ਸ਼ਹਿਰੀ ਸੀਟ ਤੋਂ। ਬੀਜੇਪੀ ਦੇ ਵਿੱਚ ਸ਼ਾਮਲ ਹੋਏ ਰਾਣਾ ਸੋਢੀ ਕਾਂਗਰਸ ਦਾ ਵੱਡਾ ਨਾਮ, ਸਾਬਕਾ ਕੈਬਨਿਟ ਮੰਤਰੀ, ਗੁਰੂ ਹਰਸਹਾਏ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ। 2017 ਦੇ ਵਿੱਚ ਜਿੱਤੇ, ਕੈਪਟਨ ਦੇ ਕਰੀਬੀ ਰਹੇ। ਉਸ ਤੋਂ ਬਾਅਦ ਪਾਰਟੀ ਛੱਡ ਦਿੱਤੀ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਤੋਂ ਲਾਂਭੇ ਹੋਏ ਤਾਂ ਕੁਰਸੀ ਚਲੀ ਗਈ ਸੀ ਰਾਣਾ ਸੋਢੀ ਦੀ। ਤੇ ਉਸ ਤੋਂ ਬਾਅਦ ਗੁਰੂ ਹਰਸਹਾਏ ਤੋਂ ਪਹਿਲਾਂ ਹੀ ਚਰਚਾਵਾਂ ਸੀ ਕਿ ਇਸ ਵਾਰ ਰਾਣਾ ਸੋਢੀ ਗੁਰੂ ਹਰਸਹਾਏ ਤੋਂ ਚੋਣ ਨਹੀਂ ਲੜਨਗੇ, ਤੇ ਉਹੀ ਹੋ ਰਿਹਾ ਫਿਰੋਜ਼ਪੁਰ ਸ਼ਹਿਰੀ ਤੋਂ, ਜਿੱਥੇ ਮੌਜੂਦਾ ਸਮੇਂ 'ਚ ਪਰਮਿੰਦਰ ਪਿੰਕੀ ਕਾਂਗਰਸ ਦੇ ਕੋਲ ਹੀ ਸੀਟ ਹੈ ਇਸ ਸਮੇਂ, ਪਰ ਰਾਣਾ ਸੋਢੀ ਕਾਂਗਰਸ ਤੋਂ ਆਏ, ਹੁਣ ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰਨਗੇ। ਜਗਰਾਉਂ ਤੋਂ ਕਵਨ ਨਰਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਅਗਲੀ ਪਲੇਟ ਦਾ ਅਸੀਂ ਰੁਖ ਕਰਦੇ ਹਾਂ। ਬਹੁਤ ਇੰਟਰਸਟਿੰਗ ਹੈ ਕਿ ਜਿਹੜੇ ਬਾਹਰੋਂ ਵੀ ਆਏ ਨੇ ਨਾਲ ਦੀ ਨਾਲ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ, ਔਰ ਕੁਝ ਹੋਰ ਵੀ ਨਾਮ ਅੱਗੇ ਆਉਣਗੇ ਜਿਹੜਾ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਿਹੜੇ ਬਾਹਰੋਂ ਆਏ ਸੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਬੀਜੇਪੀ ਦੇ ਵੱਲੋਂ। ਪੁੱਛੋ ਮੰਡੀ ਤੋਂ, ਕਿਉਂਕਿ ਬੀਜੇਪੀ ਹੁਣ ਤੱਕ ਜੇ ਅਸੀਂ ਜ਼ਿਕਰ ਕਰੀਏ ਤਾਂ 23 ਸੀਟਾਂ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਦੀ ਹੈ, ਔਰ ਕਿਉਂਕਿ ਅਕਾਲੀ ਦਲ ਦੇ ਨਾਲ ਗਠਜੋੜ ਸੀ ਤੇ ਇਸ ਵਾਰ ਸਮੀਕਰਨ ਵੱਖਰੇ ਨੇ। ਕਿਸਾਨ ਅੰਦੋਲਨ ਦੇ ਵਿਚਾਲੇ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਟੁੱਟਿਆ, ਅਲੱਗ-ਅਲੱਗ ਹੋਏ,
ਤੇ ਹੁਣ ਨਵੇਂ ਭਾਈਵਾਲਾਂ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰ ਰਹੀ ਹੈ ਬੀਜੇਪੀ। ਇੱਕ ਪਾਸੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪੰਜਾਬ ਲੋਕ ਕਾਂਗਰਸ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ। ਹਾਲਾਂਕਿ ਗਠਜੋੜ ਦੀ ਪੂਰੀ ਫਾਰਮੇਸ਼ਨ ਕੀ ਹੈ, ਕਿੰਨੀਆਂ ਸੀਟਾਂ ਕਿਸ ਦੇ ਕੋਲ ਹੈ, ਇਸ ਦੇ ਬਾਰੇ ਕੁਝ ਨਹੀਂ ਦੱਸਿਆ ਗਿਆ, ਪਰ ਇੰਨਾ ਜ਼ਰੂਰ ਹੈ ਕਿ 34 ਸੀਟਾਂ ਇਸ ਸਮੇਂ ਬੀਜੇਪੀ ਨੇ ਅਨਾਉਂਸ ਕਰ ਦਿੱਤੀਆਂ ਨੇ। 12 ਸੀਟਾਂ ਅਨਾਉਂਸ ਕਰ ਦਿੱਤੀਆਂ ਗਈਆਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਦੇ ਵੱਲੋਂ। ਪੂਚੋ ਮੰਡੀ ਤੋਂ ਬੀਜੇਪੀ ਦੇ ਉਮੀਦਵਾਰ ਹੋਣਗੇ ਰੁਪਿੰਦਰ ਸਿੰਘ ਸਿੱਧੂ। ਚੋਣ ਮੈਦਾਨ ਚ ਉਤਾਰਿਆ ਗਿਆ ਤਲਵੰਡੀ ਸਾਬੋ ਤੋਂ ਰਵੀਪ੍ਰੀਤ ਸਿੰਘ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਤਾਂ ਪੂਚੋ ਮੰਡੀ ਦੀ ਔਰ ਤਲਵੰਡੀ ਸਾਬੋ ਦੀ ਸੀਟ ਵੀ ਅਨਾਉਂਸ ਕਰ ਦਿੱਤੀ ਗਈ ਹੈ। ਤਾਂ ਬੀਜੇਪੀ ਦੀ ਜਿਹੜੀ ਪਹਿਲੀ ਲਿਸਟ ਆਈ ਹੈ ਉਸ ਦੇ ਵਿੱਚ 34 ਉਮੀਦਵਾਰ ਨੇ। ਮੈਂ ਅਗਲੀ ਪਲੇਟ ਦਾ ਰੁਖ ਕਰਦਾ ਜਿਸ ਦੇ ਵਿੱਚ ਅਸੀਂ ਦੇਖਾਂਗੇ ਕਿ ਕੌਣ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਕਿਹੜੀ ਸੀਟ ਤੋਂ, ਔਰ ਕੁਝ ਉਮੀਦਵਾਰ ਨੇ ਜਿਹੜੇ ਬਾਹਰੋਂ ਆਏ ਸੀ ਉਹਨਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਵੈਲਕਮ ਇੱਕ ਤਰੀਕੇ ਨਾਲ ਜ਼ਰੂਰ ਕੀਤਾ ਹੈ ਬੀਜੇਪੀ ਨੇ ਵੀ। ਸ਼੍ਰੀ ਹਰਗੋਬਿੰਦਪੁਰ ਸੀਟ ਤੋਂ ਬਲਜਿੰਦਰ ਸਿੰਘ ਡਕੋਹਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਬਹੁਤ ਇੰਟਰਸਟਿੰਗ ਸੀਟ ਹੈ, ਇਸ ਦਾ ਜ਼ਿਕਰ ਹੋਣਾ ਜ਼ਰੂਰੀ ਹੈ ਕਿਉਂਕਿ ਬਲਵਿੰਦਰ ਲਾਡੀ ਜੋ ਕਾਂਗਰਸ ਦੇ ਵਿਧਾਇਕ ਚੁਣੇ ਗਏ 2017 ਦੇ ਵਿੱਚ ਤੇ ਉਸ ਤੋਂ ਬਾਅਦ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਫਤਿਹ ਜੰਗ ਬਾਜਵਾ ਦੇ ਨਾਲ ਕੁਝ ਦਿਨ ਪਹਿਲਾਂ ਹੀ, ਔਰ ਫਿਰ ਇੱਕ ਹਫ਼ਤਾ ਬਾਅਦ ਹੀ ਵਾਪਸੀ ਵੀ ਕਰ ਲੈਂਦੇ ਨੇ। ਫਤਿਹ ਜੰਗ ਬਾਜਵਾ ਬੀਜੇਪੀ 'ਚ ਰਹਿ ਗਏ ਪਰ ਦੂਜੇ ਪਾਸੇ ਉਹ ਵਾਪਸੀ ਕਰ ਲੈਂਦੇ ਨੇ ਬਲਵਿੰਦਰ ਲਾਡੀ, ਤੇ ਇਸ ਕਰਕੇ ਖੈਰ ਬੀਜੇਪੀ ਤੋਂ ਟਿਕਟ ਨਹੀਂ ਮਿਲੀ। ਦੂਜੇ ਪਾਸੇ ਕਾਂਗਰਸ ਤੋਂ ਵੀ ਟਿਕਟ ਉਹਨਾਂ ਨੂੰ ਫਿਲਹਾਲ ਨਹੀਂ ਮਿਲੀ ਹੈ। ਮੌਜੂਦਾ ਵਿਧਾਇਕ ਨੂੰ ਬਲਜਿੰਦਰ ਸਿੰਘ ਡਕੋਹਾ ਨੂੰ ਉਮੀਦਵਾਰ ਜ਼ਰੂਰ ਬਣਾਇਆ ਗਿਆ, ਜਦਕਿ ਅੰਮ੍ਰਿਤਸਰ ਨਾਰਥ ਤੋਂ ਸੁਖਵਿੰਦਰ ਸਿੰਘ ਚੋਣ ਮੈਦਾਨ ਦੇ ਵਿੱਚ ਬੀਜੇਪੀ ਦੇ ਵੱਲੋਂ ਉਤਾਰੇ ਗਏ ਨੇ। ਇਹ ਵੱਡੀ ਖਬਰ ਹੈ ਇਸ ਸਮੇਂ ਦੀ। ਬੀਜੇਪੀ ਨੇ 34 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, 34 ਸੀਟਾਂ ਦਾ ਐਲਾਨ ਕਰ ਦਿੱਤਾ। ਅਗਲੀ ਪਲੇਟ ਦੇ ਉੱਤੇ ਆਵਾਂਗੇ, ਇੱਕ ਇੱਕ ਕਰਕੇ ਸੀਟ ਦੇ ਬਾਰੇ ਵੀ ਜ਼ਿਕਰ ਹੋਏਗਾ ਕਿ ਕਿਹੜੀ ਸੀਟ ਦੇ ਉੱਤੇ ਕਿਸ ਤਰੀਕੇ ਦਾ ਮੁਕਾਬਲਾ ਹੈ। ਔਰ ਤਰਨਤਾਰਨ ਤੋਂ ਨਵਰੀਤ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਤਰਨਤਾਰਨ ਮਾਝੇ ਦਾ ਹਿੱਸਾ, ਤਰਨਤਾਰਨ ਤੋਂ ਜਿਹੜੀ ਉਮੀਦਵਾਰ ਨੇ ਨਵਰੀਤ ਸਿੰਘ, ਜਦਕਿ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ, ਇਹ ਬੀਜੇਪੀ ਦੇ ਸੀਨੀਅਰ ਲੀਡਰ ਨੇ। ਜੰਗੀ ਲਾਲ ਮਹਾਜਨ ਨੂੰ ਇੱਕ ਵਾਰ ਫਿਰ ਤੋਂ ਮੁਕੇਰੀਆਂ ਤੋਂ, ਇਹ ਦੁਆਬੇ ਦੀ ਸੀਟ ਹੈ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਦੁਆਬੇ ਦੀਆਂ ਕਈ ਸੀਟਾਂ ਦੀ ਅਨਾਉਂਸਮੈਂਟ ਹੋਈ ਹੈ। ਟੋਟਲ ਦੁਆਬੇ ਦੇ ਵਿੱਚ 23 ਵਿਧਾਨ ਸਭਾ ਹਲਕੇ ਨੇ, ਉਹਨਾਂ ਦੇ ਵਿੱਚੋਂ ਕਈ ਵਿਧਾਨ ਸਭਾ ਹਲਕਿਆਂ ਦੇ ਉੱਤੇ ਉਮੀਦਵਾਰ ਐਲਾਨ ਦਿੱਤੇ ਨੇ। ਉਹ ਅੱਗੇ ਵੀ ਤੁਹਾਨੂੰ ਦਿਖੇਗਾ ਕਿ ਹੋਰ ਕਿਹੜੇ-ਕਿਹੜੇ ਉਮੀਦਵਾਰ ਐਲਾਨੇ ਗਏ ਨੇ। ਮੈਂ ਅਗਲੀ ਪਲੇਟ ਦਾ ਰੁਖ ਕਰਦਾ ਹਾਂ। 34 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਬੀਜੇਪੀ ਦੇ ਵੱਲੋਂ, ਔਰ ਜਿਹੜੇ ਆਪਣੇ ਦੋ ਵਿਧਾਇਕ ਸੀ, ਵੱਡੇ ਲੀਡਰ ਸੀ, ਤਕਰੀਬਨ ਸਭ ਨੂੰ ਟਿਕਟ ਦੇ ਦਿੱਤੀ ਗਈ ਹੈ। ਲੁਧਿਆਣਾ ਕੇਂਦਰੀ ਤੋਂ ਗੁਰਦੇਵ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਬੀਜੇਪੀ ਦੇ ਵੱਲੋਂ। ਲੁਧਿਆਣਾ ਕੇਂਦਰੀ ਤੋਂ ਗੁਰਦੇਵ ਸ਼ਰਮਾ ਮੈਦਾਨ ਦੇ ਵਿੱਚ ਹੋਣਗੇ, ਜਦਕਿ ਲੁਧਿਆਣਾ ਵੈਸਟ ਤੋਂ ਜਿੱਥੋਂ ਭਾਰਤ ਭੂਸ਼ਣ ਆਸ਼ੂ ਆਉਂਦੇ ਨੇ ਉੱਥੋਂ ਐਡਵੋਕੇਟ ਵਿਕਰਮ ਸਿੰਘ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਤਾਂ ਬੀਜੇਪੀ ਦੀ ਸਟ੍ਰੈਟਜੀ ਇਸ ਸਮੇਂ ਕਿਸ ਤਰੀਕੇ ਨਾਲ ਉਹ ਦੇਖਣੀ ਹੋਏਗੀ। ਸਿੱਖ ਚਿਹਰਿਆਂ ਨੂੰ, ਹਿੰਦੂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ ਤੇ ਜ਼ਿਕਰ ਇਹ ਵੀ ਕਰਦੇ ਨਜ਼ਰ ਆਏ ਕਿ ਅਸੀਂ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਟਿਕਟਾਂ ਦਿੱਤੀਆਂ ਨੇ। ਹਾਲਾਂਕਿ ਸੁਰਜੀਤ ਕੁਮਾਰ ਜਾਨੀ ਦਾ ਵੀ ਉਹਨਾਂ ਨੇ ਨਾਮ ਲਿਆ ਕਿ ਉਹ ਵੀ ਕਿਸਾਨ ਆਗੂ ਨੇ, ਉਹਨਾਂ ਨੂੰ ਵੀ ਟਿਕਟ ਦਿੱਤੀ ਹੈ। ਕਿਸਾਨ ਅੰਦੋਲਨ ਇੱਕ ਵੱਡੀ ਚੁਣੌਤੀ ਬੀਜੇਪੀ ਦੇ ਲਈ 1 ਸਾਲ ਤੋਂ ਜ਼ਰੂਰ ਰਿਹਾ ਹੈ। ਖੈਰ ਅੰਦੋਲਨ ਖਤਮ ਹੋਇਆ, ਕਾਨੂੰਨ ਵਾਪਸੀ ਹੋਈ ਤੇ ਉਸ ਤੋਂ ਬਾਅਦ ਹੁਣ ਚੋਣਾਂ ਦਾ ਮੌਸਮ ਹੈ ਤੇ ਬੀਜੇਪੀ ਪੰਜਾਬ ਦੇ ਵਿੱਚ ਕੈਂਪੇਨ ਕਿਸ ਤਰੀਕੇ ਨਾਲ ਕਰਦੀ ਹੈ ਔਰ ਕਿਸ ਤਰੀਕੇ ਨਾਲ ਅੱਗੇ ਵਧਦੀ ਹੈ ਉਸ ਦੇ ਉੱਤੇ ਨਜ਼ਰ ਆਏਗੀ। ਫਿਲਹਾਲ ਸੀਟਾਂ ਦਾ ਅਸੀਂ ਇੱਕ ਵਾਰ ਫਿਰ ਤੋਂ ਜ਼ਿਕਰ ਕਰਦੇ ਹਾਂ। ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਨੂੰ ਵਿੱਚ ਜੁਆਇਨ ਕਰਨਗੇ ਔਰ ਅਗਲੀ ਮੈਂ ਪਲੇਟ ਦਾ ਜ਼ਿਕਰ ਕਰਦਾ ਇਸ ਪੁਆਇੰਟ ਦੇ ਉੱਤੇ ਆਵਾਂ। ਵਿਜੇ ਆ ਚੁੱਕੇ ਨੇ। ਵਿਜੇ, ਲੁਧਿਆਣਾ ਦੀਆਂ ਜਿਹੜੀਆਂ ਸੀਟਾਂ ਨੇ ਆਪਾਂ ਅਗਲੀ ਪਲੇਟ ਦਾ ਰੁਖ ਕਰ ਲੈਂਦੇ ਆ। ਬਿਲਕੁਲ, ਲੁਧਿਆਣਾ ਦੋਨੇ ਨਾਮ ਬੜੇ ਅਹਿਮ ਨੇ ਗੌਰਵ। ਬਿਲਕੁਲ, ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ, ਦਿਦਾਰ ਸਿੰਘ ਭੱਟੀ ਨੂੰ ਟਿਕਟ ਦਿੱਤੀ ਹੈ ਉਹਨਾਂ ਨੇ। ਫਤਿਹਗੜ੍ਹ ਸਾਹਿਬ ਤੋਂ ਦਿਦਾਰ ਭੱਟੀ ਦੇ ਭਤੀਜੇ ਨੇ, ਸਕੇ ਭਤੀਜੇ ਨੇ ਗੁਰਪ੍ਰੀਤ ਸਿੰਘ ਭੱਟੀ। ਅਕਾਲੀ ਦਲ ਦੇ ਵਿੱਚ ਪਹਿਲਾਂ ਦਿਦਾਰ ਭੱਟੀ ਅਕਾਲੀ ਦਲ ਦੇ ਲੀਡਰ ਰਹੇ ਨੇ, ਫਿਰ ਉਸ ਵੇਲੇ ਪੀਪੀਪੀ ਚ ਮਨਪ੍ਰੀਤ ਬਾਦਲ ਦੇ ਨਾਲ ਸੀ। ਹੁਣ ਬੀਜੇਪੀ ਤੇ ਟਿਕਟ ਮਿਲੀ ਹੋਈ ਇਹਨਾਂ ਦੀ। ਪੀਪੀਪੀ ਤੋਂ ਬਾਅਦ ਵਾਪਸੀ, ਫਿਰ ਅਕਾਲੀ ਦਲ ਵਾਪਸੀ ਹੋਈ ਫਿਰ ਉਸ ਤੋਂ ਬਾਅਦ ਹੁਣ ਬੀਜੇਪੀ ਚਲੇ ਗਏ। ਹੁਣ ਬੀਜੇਪੀ ਤੋਂ ਔਰ ਐਸਆਰ ਲੱਦੜ ਕਮਿਸ਼ਨਰ ਰਹੇ ਨੇ, ਉੱਚੇ ਅਹੁਦਿਆਂ ਤੇ ਰਹੇ ਨੇ, ਰਿਟਾਇਰਡ ਜਿਹੜੇ ਆਈਏਐਸ ਨੇ, ਔਰ ਕਾਫੀ ਇਹਨਾਂ ਦੇ ਨਾਮ ਦੀ ਵੀ ਚਰਚਾ ਰਹੀ ਹੈ। ਰਿਟਾਇਰ ਹੋਣ ਤੋਂ ਬਾਅਦ ਬੀਜੇਪੀ ਚ ਆਏ ਔਰ ਗਿੱਲ ਹਲਕੇ ਤੋਂ ਟਿਕਟ ਦਿੱਤੀ ਹੈ ਬੀਜੇਪੀ। ਬਿਲਕੁਲ, ਇਹ ਦੋਵੇਂ ਸੀਟਾਂ ਇਸ ਸਮੇਂ ਮੌਜੂਦਾ ਸਮੇਂ 'ਚ ਕਾਂਗਰਸ ਦੇ ਕੋਲ ਨੇ। ਗੁਰਕੀਰਤ ਕੋਟਲੀ ਆਉਂਦੇ ਨੇ ਖੰਨਾ ਤੋਂ, ਗਿੱਲ ਤੋਂ ਕੁਲਦੀਪ ਵੈਦ ਆਉਂਦੇ ਨੇ, ਦੋਵੇਂ ਕਾਂਗਰਸ ਦੇ ਨੇ। ਗੁਰਕੀਰਤ ਕੋਟਲੀ ਇਨਫੈਕਟ ਕੈਬਨਿਟ ਮੰਤਰੀ ਵੀ। ਇੰਟਰਸਟਿੰਗ ਗੌਰਵ ਇਹ ਹੈ ਕਿ ਕੁਲਦੀਪ ਵੈਦ ਵੀ ਰਿਟਾਇਰਡ ਅਫਸਰ ਨੇ, ਆਈਏਐਸ ਨੇ, ਔਰ ਐਸਆਰ ਲੱਦੜ ਵੀ ਉਹਨਾਂ ਨੇ ਮਤਲਬ ਇਸ ਹਿਸਾਬ ਨਾਲ ਸੋਚ ਕੇ ਸੀਟ ਦਿੱਤੀ ਹੈ ਕਿ ਆਈਐਸ ਦੇ ਸਾਹਮਣੇ ਜਾਂ ਅਫਸਰ ਦੇ ਸਾਹਮਣੇ ਕਿਸੇ ਅਫਸਰ ਨੂੰ ਲਿਆਂਦਾ ਜਾਏ। ਇੰਟਰਸਟਿੰਗ ਇਹ ਵੀ ਹੈ ਕਿਉਂਕਿ ਜਿਹੜਾ ਲੁਧਿਆਣਾ ਹੈ ਉੱਥੇ ਇੱਕ ਹਿੰਦੂ ਵੋਟ ਬੈਂਕ ਇੱਕ ਵੱਡਾ ਪੂਰੇ ਲੁਧਿਆਣਾ ਦੀਆਂ ਸੀਟਾਂ ਦੇ ਵਿੱਚ ਅਸਰ ਰੱਖੇਗਾ। ਉਹ ਕਿਸ ਤਰੀਕੇ ਨਾਲ ਹੋਏਗਾ ਉਸ ਤੇ ਵੀ ਨਜ਼ਰ ਹੋਏਗੀ। ਖੈਰ ਅਸੀਂ ਰੁਕ ਕਰਦੇ ਹਾਂ। ਦੁਆਬੇ ਦੀਆਂ ਸੀਟਾਂ ਜਿਹੜੀਆਂ ਅਨਾਉਂਸ ਕੀਤੀਆਂ ਗਈਆਂ ਨੇ, ਕਪੂਰਥਲਾ ਬਹੁਤ ਚਰਚਾ ਦੇ ਵਿੱਚ ਹੈ ਪਿਛਲੇ ਕੁਝ ਦਿਨਾਂ ਤੋਂ, ਕਪੂਰਥਲਾ ਤੇ ਸੁਲਤਾਨਪੁਰ ਲੋਧੀ। ਤਾਂ ਕਪੂਰਥਲਾ ਤੋਂ ਰਣਜੀਤ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਬੀਜੇਪੀ ਦੇ ਵੱਲੋਂ, ਜਦਕਿ ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਚੋਣ ਮੈਦਾਨ ਦੇ ਵਿੱਚ ਨੇ। ਮਹਿੰਦਰ ਭਗਤ ਕਾਫੀ ਵੱਡਾ ਨਾਮ ਨੇ ਬੀਜੇਪੀ ਦਾ। ਚੂਨੀ ਲਾਲ ਭਗਤ ਜਿਹੜੇ ਬੀਜੇਪੀ ਦੇ ਮੰਤਰੀ ਰਹਿ ਚੁੱਕੇ ਨੇ, ਵਿਧਾਇਕ ਦਲ ਦੇ ਆਗੂ ਹੁੰਦੇ ਸੀ ਪਿਛਲੀ ਸਰਕਾਰ ਦੇ ਵਿੱਚ ਜਦੋਂ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਸੀ। ਉਹਨਾਂ ਦੇ ਬੇਟੇ ਨੇ ਮਹਿੰਦਰ ਭਗਤ, ਚੂਨੀ ਲਾਲ ਭਗਤ ਦੇ, ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਤਕਰੀਬਨ ਜਿਹੜੇ ਬੀਜੇਪੀ ਦੇ ਪੁਰਾਣੇ ਨਾਮ ਤਿਕਸ਼ਣ ਸੂਦ ਹੋਣ
ਮਨੋਰੰਜਨ ਕਾਲੀਆ ਹੋਣ ਜਿਨ੍ਹਾਂ ਨੇ ਪਹਿਲਾਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ, ਉਹਨਾਂ ਸਭ ਦਾ ਨਾਮ ਪਹਿਲੀ ਲਿਸਟ ਦੇ ਵਿੱਚ KD ਭੰਡਾਰੀ ਨੇ, ਉਹ ਵੀ ਵੱਡੇ ਆਗੂ ਨੇ। ਫਿਰ ਅਰੁਣ ਨਾਰੰਗ ਜਿਹੜੇ ਅਬੋਹਰ ਤੋਂ ਵਿਧਾਇਕ ਆਉਂਦੇ ਨੇ, ਫਾਜ਼ਿਲਕਾ ਤੋਂ ਸੁਰਜੀਤ ਜੈਣੀ ਨੇ। ਇਹ ਸਾਰੇ ਨਾਮ ਬੀਜੇਪੀ ਵੱਲੋਂ ਆਪਣੀ ਪਹਿਲੀ ਸੂਚੀ 'ਚ ਜਿਹੜੇ ਨੇ ਇਨਕਲੂਡ ਕੀਤੇ ਗਏ ਔਰ ਇਹਨਾਂ ਦੇ ਨਾਲ ਕੁਝ ਹੋਰ ਵੀ ਨਾਮ ਜਿਹੜੇ ਨੇ ਨਵੀਆਂ ਸੀਟਾਂ ਬੀਜੇਪੀ ਲਈ ਬਿਲਕੁਲ ਅਗਲੀ ਪਲੇਟ ਦਾ ਵੀ ਜ਼ਿਕਰ ਕਰਦੇ ਹਾਂ ਕਿਉਂਕਿ 34 ਤੇ ਪਲੱਸ 12 46 ਉਮੀਦਵਾਰ ਹੁਣ ਤੱਕ 46 ਉਮੀਦਵਾਰ ਜੋੜ ਦੇ ਵੱਲੋਂ। ਅਗਲੀ ਸੀਟ ਦਾ ਅਸੀਂ ਜ਼ਿਕਰ ਕਰਦੇ ਹਾਂ ਜਲੰਧਰ ਉੱਤਰੀ ਔਰ ਜਲੰਧਰ ਕੇਂਦਰੀ। KD ਭੰਡਾਰੀ ਇਹ ਵੀ ਬੀਜੇਪੀ ਦਾ ਨਾਮ ਤੇ ਮਨੋਰੰਜਨ ਕਾਲੀਆ ਇੱਕ ਵੱਡਾ ਨਾਮ ਹੈ, ਸਾਬਕਾ ਕੈਬਨਿਟ ਮੰਤਰੀ ਨੇ ਮਨੋਰੰਜਨ ਕਾਲੀਆ ਇੱਕ ਵਾਰ ਫਿਰ ਤੋਂ ਜਲੰਧਰ ਕੇਂਦਰੀ ਤੋਂ ਉਤਾਰਿਆ ਗਿਆ। ਇੰਪੋਰਟੈਂਟ ਇਹ ਵੀ ਹੈ ਵਿਜੇ ਕਿ ਜੋ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਬੀਜੇਪੀ ਦੇ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ, ਖਾਸ ਤੌਰ ਤੇ ਕਿਸਾਨ ਅੰਦੋਲਨ ਤੋਂ ਬਾਅਦ, ਤੇ ਦੂਜੇ ਪਾਸੇ ਉਹਨਾਂ ਨੇ ਆਪਣੇ ਵੱਡੇ ਚਿਹਰੇ ਤਕਰੀਬਨ ਸਾਰੇ ਉਤਾਰ ਦਿੱਤੇ। ਤੀਕਸ਼ਣ ਸੂਦ ਬਹੁਤ ਚਰਚਾ 'ਚ ਰਹੇ, ਮਨੋਰੰਜਨ ਕਾਲੀਆ ਹੋਏ, ਸੁਰਜੀਤ ਕੁਮਾਰ ਜਾਣੀ ਹੋਏ, ਉਸ ਤੋਂ ਬਾਅਦ ਜਿਹੜੇ ਮੌਜੂਦਾ ਦੋ ਵਿਧਾਇਕ ਨੇ ਉਹਨਾਂ ਨੂੰ ਉਤਾਰਨਾ ਹੋਵੇ, ਜੰਗੀ ਲਾਲ ਮਹਾਜਨ ਨੂੰ ਉਤਾਰਨਾ ਹੋਵੇ, ਜਾਂ ਫਿਰ ਆਪਾਂ ਜ਼ਿਕਰ ਤੁਸੀਂ ਚੁੰਨੀ ਲਾਲ ਭਗਤ ਦੇ ਪਰਿਵਾਰ ਦਾ ਕਰ ਰਹੇ ਸੀ ਉਹਨਾਂ ਨੂੰ, ਯਾਨੀ ਕਿ ਜਿਹੜੇ ਵੱਡੇ ਚਿਹਰੇ ਸੀ ਉਹ ਸਾਰਿਆਂ ਨੂੰ ਚੋਣ ਮੈਦਾਨ ਦੇ ਵਿੱਚ ਸਾਰਿਆਂ ਨੂੰ ਲਿਆਂਦਾ। ਔਰ ਪਹਿਲੀ ਲਿਸਟ 'ਚ ਨਾਮ ਪਾਉਣ ਦਾ ਮਤਲਬ ਇਹ ਹੈ ਕਿ ਬੀਜੇਪੀ ਆਪਣੀ ਕੈਂਪੇਨ ਨੂੰ ਇੱਕ ਤਰੀਕੇ ਨਾਲ ਬੂਸਟ ਦੇਣਾ ਚਾਹੁੰਦੀ ਹੈ ਕਿ ਸਾਡੇ ਜਿੰਨੇ ਸਾਰੇ ਵੱਡੇ ਚਿਹਰੇ ਸੀ ਅਸੀਂ ਉਹਨਾਂ ਨੂੰ ਚੋਣ ਮੈਦਾਨ 'ਚ ਲੈ ਆਂਦਾ। ਅਗਲੀ ਪਲੇਟ ਦਾ ਜ਼ਿਕਰ ਕਰਦੇ ਹਾਂ, ਦੁਆਬੇ ਦੀਆਂ ਦੋ ਸੀਟਾਂ ਨੇ, ਹੁਸ਼ਿਆਰਪੁਰ ਤੇ ਦਸੂਹਾ। ਤੀਕਸ਼ਣ ਸੂਦ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਸੀ ਬਹੁਤ ਚਰਚਾ ਦੇ ਵਿੱਚ ਰਹੇ ਨੇ। ਕਿਉਂ ਚਰਚਾ 'ਚ ਰਹੇ ਨੇ ਅਸੀਂ ਉਹ ਵੀ ਦੱਸਾਂਗੇ ਤੁਹਾਨੂੰ। ਕੈਬਨਿਟ ਮੰਤਰੀ ਸਾਬਕਾ ਹੈਗੇ ਨੇ। ਦਸੂਹਾ ਤੋਂ ਰਘੁਨਾਥ ਰਾਣਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਵਿਜੇ ਦੋਨੇ ਵੱਡੀਆਂ ਸੀਟਾਂ ਨੇ। ਤੀਕਸ਼ਣ ਸੂਦ ਮਿਨਿਸਟਰ ਰਹਿ ਚੁੱਕੇ ਨੇ ਪਿਛਲੀ ਸਰਕਾਰ ਦੇ ਵਿੱਚ, ਵੱਡੇ ਅਹੁਦੇ ਉਹਨਾਂ ਕੋਲੇ, ਲੋਕਲ ਬਾਡੀਜ਼ ਵਰਗੇ ਮਹਿਕਮੇ ਜਿਨ੍ਹਾਂ ਨੂੰ ਲੈ ਕੇ ਅੱਜ ਦੀ ਕਾਂਗਰਸ ਸਰਕਾਰ ਦੇ ਵਿੱਚ ਰੌਲਾ ਪੈਂਦਾ ਰਿਹਾ। ਜਦੋਂ ਨਵਜੋਤ ਸਿੰਘ ਸਿੱਧੂ ਤੋਂ ਇਹ ਮਹਿਕਮਾ ਵਾਪਸ ਲੈ ਲਿਆ ਗਿਆ ਸੀ ਤਾਂ ਤੀਕਸ਼ਣ ਸੂਦ ਕੋਲੇ ਇਹ ਮਹਿਕਮਾ ਰਿਹਾ ਕਾਫੀ ਲੰਮਾ ਟਾਈਮ, ਉਹਨਾਂ ਨੇ ਇਹ ਮਹਿਕਮਾ ਸੰਭਾਲਿਆ, ਲੋਕਲ ਬਾਡੀਜ਼। ਸੋ ਪਾਰਟੀ ਦੇ ਜਿਹੜੇ ਸਿਰਕੱਢ ਆਗੂ ਨੇ, ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਬੀਜੇਪੀ ਦੇ, ਉਹਨਾਂ ਦੇ ਵਿੱਚ ਆਉਂਦੇ ਨੇ ਤੀਕਸ਼ਣ ਸੂਦ ਔਰ ਰਘੁਨਾਥ ਰਾਣਾ। ਇਹ ਵੀ ਬੀਜੇਪੀ ਦੇ ਸੀਨੀਅਰ ਆਗੂ ਨੇ, ਇੱਕ ਵੱਡਾ ਨਾਮ ਹੈ। ਰਾਣਾ ਪਰਿਵਾਰ ਜਿਹੜਾ ਹੈ ਦਸੂਹਾ ਇਲਾਕੇ ਦੇ ਵਿੱਚ ਬੀਜੇਪੀ ਦੇ ਨਾਲ ਲੰਮੇ ਸਮੇਂ ਤੋਂ ਜੁੜਿਆ ਗਿਆ। ਸੋ ਰਘੁਨਾਥ ਰਾਣਾ ਨੂੰ ਬਿਲਕੁਲ। ਔਰ ਤੀਕਸ਼ਣ ਸੂਦ ਮੈਂ ਇਸ ਕਰਕੇ ਵੀ ਕਹਿ ਰਿਹਾ ਸੀ ਕਿ ਚਰਚਾ 'ਚ, ਕਿਉਂਕਿ ਜਦੋਂ ਕਿਸਾਨ ਅੰਦੋਲਨ ਸੀ ਤਾਂ ਜਿਹੜੀ ਉਹ ਗੋਹੇ ਦੀ ਟਰਾਲੀ ਇਹਨਾਂ ਦੇ ਘਰੇ ਬਾਹਰ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਉਤਾਰੀ ਗਈ ਸੀ, ਉਸ ਨੂੰ ਲੈ ਕੇ ਵਿਵਾਦ ਬਹੁਤ ਹੋਇਆ, ਪਰ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਰਹੇ ਉਸ ਸਮੇਂ ਵੀ ਤੀਕਸ਼ਣ ਸੂਦ ਔਰ ਕਿਸਾਨ ਅੰਦੋਲਨ ਦੇ ਵਿਚਾਲੇ। ਖੈਰ ਇੱਕ ਹੋਰ ਦੋ ਨਾਵਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਨਮੀਸ਼ਾ ਮਹਿਤਾ ਜੀ। ਇਹ ਬਹੁਤ ਇੰਟਰਸਟਿੰਗ ਹੈ ਕਿਉਂਕਿ ਕਾਂਗਰਸ ਦੇ ਨਾਲ ਜੁੜੇ ਹੋਏ, ਕਾਂਗਰਸ ਦੇ ਸਪੋਕਸਪਰਸਨ ਬੀਜੇਪੀ ਸ਼ਾਮਲ ਹੋਏ ਨੇ ਗੜਸ਼ੰਕਰ ਤੋਂ। ਗੜਸ਼ੰਕਰ ਤੋਂ ਜਿਵੇਂ ਜੁਆਇਨ ਕੀਤਾ 2 ਦਿਨ ਬਾਅਦ ਅੱਜ ਟਿਕਟ ਦਾ ਐਲਾਨ ਹੋ ਗਿਆ। ਕੁਝ ਦਿਨ ਪਹਿਲਾਂ ਹੀ ਜਿਸ ਦਿਨ ਗੜਸ਼ੰਕਰ ਤੋਂ ਅਮਰਪ੍ਰੀਤ ਲਾਲੀ ਦਾ ਨਾਮ ਆਇਆ ਕਾਂਗਰਸ ਦੀ ਟਿਕਟ ਦਾ, 86 ਦੀ ਜਿਹੜੀ ਸੂਚੀ ਜਾਰੀ ਹੋਈ, ਉਸ ਤੋਂ ਬਾਅਦ ਨਮੀਸ਼ਾ ਮਹਿਤਾ ਨਾਰਾਜ਼ ਹੋ ਗਏ ਪਾਰਟੀ ਤੋਂ, ਆਪਣੇ ਵਰਕਰਾਂ ਦੇ ਇਕੱਠ ਕੀਤੇ ਔਰ ਜਿਵੇਂ ਹਰ ਕੋਈ ਲੀਡਰ ਕਹਿੰਦਾ ਹੁੰਦਾ ਕਿ ਅਸੀਂ ਆਪਣੇ ਵਰਕਰਾਂ ਦੇ ਨਾਲ ਸਲਾਹ ਕਰਕੇ ਅੱਗੇ ਦਾ ਫੈਸਲਾ ਲਵਾਂਗੇ। ਸੋ ਅੱਗੇ ਦਾ ਫੈਸਲਾ ਲਿਆ, ਬੀਜੇਪੀ 'ਚ ਸ਼ਾਮਿਲ ਹੋਏ ਤੇ ਅੱਜ ਬੀਜੇਪੀ ਨੇ ਗੜਸ਼ੰਕਰ ਤੋਂ ਟਿਕਟ ਦੇ ਦਿੱਤੀ ਹੈ। ਇੱਕ ਗੌਰਵ ਇਸ ਦੇ ਵਿੱਚ ਇੰਟਰਸਟਿੰਗ ਇਹ ਵੀ ਹੈ ਕਿ ਗੜਸ਼ੰਕਰ ਤੋਂ ਆਉਂਦੇ ਆ ਲਵ ਕੁਮਾਰ ਗੋਲਡੀ, ਪਹਿਲਾਂ MLA ਰਹਿ ਚੁੱਕੇ ਨੇ ਔਰ ਲਵ ਕੁਮਾਰ ਗੋਲਡੀ ਹੀ ਪਿਛਲੇ ਦਿਨੀ ਜਿਸ ਦਿਨ ਨਮੀਸ਼ਾ ਮਹਿਤਾ ਸ਼ਾਮਲ ਹੋਏ ਉਸ ਤੋਂ ਅਗਲੇ ਦਿਨ ਹੀ ਲਵ ਕੁਮਾਰ ਗੋਲਡੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਚਲੇ ਗਏ, ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ ਹੋ ਗਏ।